ਸਾਡੇ ਉੱਪਰ ਹੀ ਜਿਹੜੇ ਸੀਗੇ ਟੀਅਰ ਸ਼ੈਲ ਜਿਹੜੇ ਉਹ ਚਲਾਏ ਗਏ, ਜਿਹੜੇ ਟੀਅਰ ਗੈਸ ਦੇ ਗੋਲੇ ਸੀਗੇ। ਸੋਚਿਆ ਵੀ ਇਹ ਅਨਪੜ੍ਹ ਜਿਹਾ ਕਿਸਾਨ ਹੀ ਲੱਗਦਾ। ਉਹ ਮੈਨੂੰ ਕਹਿੰਦਾ ਕਿ ਕੀ ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਕਰੋਗੇ, ਤੁਸੀਂ ਕਿਸਾਨ ਬਿੱਲਾਂ ਦੇ ਬਾਰੇ ਕੀ ਜਾਣਦੇ ਹੋ, ਕਿਉਂਕਿ ਪਹਿਲਾ ਜਥਾ ਆਇਆ ਸੀ। ਅਤੇ ਜਦੋਂ ਮੈਂ ਉਸ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੋਂ ਲੈ ਕੇ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੀ ਗੱਲ ਹੀ ਸ਼ੁਰੂ ਕੀਤੀ ਅਤੇ ਉਹਨੇ ਮੇਰੇ ਤੋਂ ਮਾਈਕ ਘੁਮਾ ਕੇ ਅਤੇ ਲਾਈਵ ਬੰਦ ਕਰ ਦਿੱਤਾ ਕਿ ਜੇਕਰ ਇਕੱਲੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੀਆਂ ਜਥੇਬੰਦੀਆਂ ਇਸ ਸੰਘਰਸ਼ ਦੀ ਅਗਵਾਈ ਕਰਦੀਆਂ, ਫਿਰ ਤਾਂ ਤੁਸੀਂ ਕਹਿੰਦੇ ਕਿ ਖਾਲਿਸਤਾਨੀ ਵਿਦੇਸ਼ਾਂ 'ਚ ਬੈਠੇ ਫੰਡਿੰਗ ਕਰ ਰਹੇ ਨੇ। ਵੀ ਹੁਣ ਤਾਂ ਸਾਰਿਆਂ ਦਾ ਇੱਕ ਸਮੂਹਿਕ ਇਕੱਠ ਹੈ। ਸਰਕਾਰ ਸੋਚਣ ਲਈ ਮਜਬੂਰ ਹੋਈ ਵੀ ਇਹ ਲੋਕ ਉਹ ਨਹੀਂ ਹੈ ਕਿ ਅੱਜ ਆਏ ਨੇ ਤੇ ਕੱਲ੍ਹ ਨੂੰ ਮੁੜ ਜਾਣਗੇ, ਇਹ ਤਾਂ ਪੱਕੇ ਡੇਰੇ ਲਾਉਣ ਦੀ ਸੋਚ ਕੇ ਆਏ ਨੇ। ਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਸਵਾਮੀਨਾਥਨ ਰਿਪੋਰਟ ਦਾ ਨਾਮ ਲੈ ਕੇ ਕਿਸਾਨਾਂ ਨੂੰ ਜਾਂ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਇਹ ਤਾਂ ਕੇਵਲ ਤੇ ਕੇਵਲ ਬੋਲਿਆ ਜਾ ਰਿਹਾ, ਬਿਲਕੁਲ ਝੂਠ ਹੈ। ਐਸੈਂਸ਼ੀਅਲ ਕਮੋਡਿਟੀ ਜਿਹੜਾ ਐਕਟ ਹੈਗਾ, ਜਿਹੜਾ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਾਨੂੰਨ ਹੈਗਾ, ਉਹ ਕਿੰਨਾ ਖਤਰਨਾਕ ਸਾਬਿਤ ਹੋਵੇਗਾ ਆਮ ਲੋਕਾਂ ਦੇ ਵਾਸਤੇ। ਕਿਸਾਨਾਂ ਵਾਸਤੇ ਤਾਂ ਹੈ, ਪਰ ਆਮ ਲੋਕਾਂ ਵਾਸਤੇ ਕਿੰਨਾ ਖਤਰਨਾਕ ਸਾਬਿਤ ਹੋਵੇਗਾ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤੇ ਜਿਹੜੇ ਵੱਡੇ ਅਦਾਰੇ ਭੰਡਾਰ ਕਰਨਗੇ, ਉਹ 2 ਰੁਪਏ ਖਰੀਦਣ ਤੋਂ ਬਾਅਦ 100 ਰੁਪਏ ਕਿਲੋ ਲੋਕਾਂ ਨੂੰ ਉਸੇ ਚੀਜ਼ ਨੂੰ ਵੇਚਣਗੇ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕੋਲ ਵੀ ਕੋਈ ਜਗ੍ਹਾ ਨਹੀਂ ਰਹੀ। ਪਰ ਜਿਸ ਤਰ੍ਹਾਂ ਬੀਜੇਪੀ ਇੱਕ ਸੁਪਨੇ ਵੇਖ ਰਹੀ ਸੀ ਕਿ ਅਕਾਲੀ ਦਲ ਦੇ ਨਾਲ ਗਠਜੋੜ ਟੁੱਟਣ ਤੋਂ ਬਾਅਦ ਆਪਣੇ ਸਿਰ ਦੇ ਉੱਪਰ ਅਸੀਂ ਪੰਜਾਬ ਦੀ ਰਾਜਨੀਤਿਕ ਸੱਤਾ 'ਤੇ ਕਾਬਜ਼ ਹੋਵਾਂਗੇ, ਉਹਨਾਂ ਵਾਸਤੇ ਤੇ ਮੇਰੇ ਖਿਆਲ ਨਾਲ ਹੁਣ 2-3 ਦਹਾਕੇ ਜਿਹੜਾ ਸੁਪਨਾ ਲੈਣਾ ਵੀ ਔਖਾ ਹੋ ਗਿਆ। ਤਾਂ ਕਿਉਂ ਨਹੀਂ ਇਵੇਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਵਾਸਤੇ ਮੌਕਾ ਦੇਣਾ ਚਾਹੀਦਾ? ਮੈਨੂੰ ਤਾਂ ਲੱਗਦਾ ਕਿ ਰਾਜਨੀਤਿਕ ਮੁਹਾਜ਼ ਦੇ ਉੱਪਰ ਇਹਨਾਂ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ, ਅਤੇ ਜਿੱਦਣ ਇਹ ਸਾਡੇ ਨਾਲ ਧੋਖਾ ਕਰਨਗੇ, ਜੇ ਅਸੀਂ ਬਾਕੀਆਂ ਨੂੰ ਪਿੱਛੇ ਕਰ ਸਕਦੇ ਇਹਨਾਂ ਨੂੰ ਵੀ ਕਰ ਲਵਾਂਗੇ। ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੰਘਰਸ਼ ਦੀ ਰੂਹ ਬਣ ਕੇ ਇੱਕ ਚੇਤਨਤਾ ਦਾ ਵਿਖਾਵਾ ਕੀਤਾ, ਪਹਿਲੀ ਗੱਲ ਤਾਂ ਤੁਸੀਂ ਆਸਵੰਦ ਹੋ ਗਏ ਕਿ ਪੰਜਾਬ ਦੀ ਨੌਜਵਾਨੀ ਅਜੇ ਗਰਕ ਨਹੀਂ ਹੋਈ। MPR 24 ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਦਲਜੀਤ ਸਿੰਘ ਸਵਾਗਤ ਕਰਦਾ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੋਂ ਸਰਕਾਰ ਨੇ 3 ਖੇਤੀ ਕਾਨੂੰਨ ਨਵੇਂ ਲੈ ਕੇ ਆਉਂਦੇ ਨੇ, ਉਦੋਂ ਤੋਂ ਇਹਨਾਂ ਬਿੱਲਾਂ ਦਾ ਵਿਰੋਧ ਜਿਹੜਾ ਹੈ ਲਗਾਤਾਰ ਜਾਰੀ ਹੈ। ਔਰ ਲਗਭਗ ਪਿਛਲੇ 1 ਮਹੀਨੇ ਤੋਂ ਦੇਸ਼ ਜਿਹੜਾ ਭਾਰਤ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚੋਂ, ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਧਰਨੇ ਲਾ ਕੇ ਬੈਠੀਆਂ ਨੇ। ਅੱਜ ਸਿੰਘੂ ਬਾਰਡਰ ਦੇ ਉੱਤੇ ਮੇਰੇ ਨਾਲ ਪੰਥ ਦੀ ਮਹਾਨ ਸ਼ਖਸੀਅਤ, ਜਿਹੜੇ ਕਿ ਕਿਸੇ ਦੀ ਜਾਣਕਾਰੀ ਦੇ ਮੁਹਤਾਜ ਨਹੀਂ, ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜਿਹੜੇ ਲਗਾਤਾਰ ਇਸ ਸੰਘਰਸ਼ ਦੇ ਵਿੱਚ ਜਿਹੜੇ ਆਪਣੀ ਮੁੱਖ ਭੂਮਿਕਾ ਨਿਭਾ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਦਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਭਾਈ ਸਾਹਿਬ ਜੀ, ਜਦੋਂ ਤੋਂ ਇਹ ਜਿਹੜੇ ਕਾਨੂੰਨ ਲਾਗੂ ਹੋਏ ਨੇ ਔਰ ਆਪ ਜੀ ਲਗਾਤਾਰ ਸੰਘਰਸ਼ ਦੇ ਵਿੱਚ ਹੋ, ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਅਸੀਂ ਦਿੱਲੀ ਆਏ ਹਾਂ, ਦਿੱਲੀ ਤੋਂ ਜਿਹੜਾ 1 ਮਹੀਨਾ ਪਿਛਲਾ ਹੈਗਾ, ਉਹਦੇ ਵਿੱਚ ਕਿੰਨੀ ਕੁ ਜਿਹੜੀ ਹੈਗੀ ਆ ਤਰੱਕੀ ਇਸ ਅੰਦੋਲਨ ਨੇ ਕੀਤੀ ਹੈ? ਵੇਖੋ ਵਿੱਚ ਇਹਦੇ 'ਚ ਹੈ ਕਿ ਦਿੱਲੀ ਜਿਹੜਾ ਅੱਜ ਤੁਸੀਂ ਸੰਘਰਸ਼ ਦਾ ਰੂਪ ਵੇਖ ਰਹੇ ਹੋ ਜੀ, ਉਹਦੇ ਪਿੱਛੇ ਜਿਹੜੇ ਪੰਜਾਬ ਦੇ ਵਿੱਚ ਹੋਏ ਛੋਟੇ-ਛੋਟੇ ਕਹਿ ਸਕਦੇ ਹੋ ਕਿ ਉਹਨਾਂ ਨੂੰ ਧਰਨੇ ਕਹਿ ਲਈਏ, ਰੋਸ ਮੁਜ਼ਾਹਰੇ ਕਹਿ ਲਈਏ, ਇਕੱਤਰਤਾਵਾਂ ਕਹਿ ਲਈਏ, ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਹਨਾਂ ਬਿੱਲਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਲੋਕਾਂ ਦੇ ਵਿੱਚ ਕਿ ਇਹ ਕਿਸਾਨ ਜਾਂ ਕਿਸਾਨੀ ਜਾਂ ਖੇਤੀਬਾੜੀ ਪ੍ਰਤੀ ਕਾਨੂੰਨ ਬਹੁਤ ਮਾੜੇ ਨੇ, ਜਦੋਂ ਜੇ ਆਰਡੀਨੈਂਸ ਦੀ ਗੱਲ ਆਈ, ਉਹਦੇ ਤੋਂ ਬਾਅਦ ਐਕਟ ਜਾਂ ਫਿਰ ਜਿਹੜੇ ਸੀਗੇ ਬਿੱਲ ਪ੍ਰਵਾਨਗੀ ਹੋ ਗਈ, ਤਾਂ ਉਹਦੇ ਨਾਲ ਇਹ ਹੋਇਆ ਕਿ ਇਹ ਜਿਹੜਾ ਤੁਸੀਂ ਇਕੱਠ ਵੇਖ ਰਹੇ ਹੋ, ਇਹਦੇ ਵਿੱਚ ਜਿਹੜੀ ਸਮੂਹਿਕ ਚੇਤਨਤਾ ਹੈ, ਉਸ ਸਾਰੀ ਇਕੱਠ ਦੀ ਚੇਤਨਤਾ ਦੇ ਪਿੱਛੇ ਜਿਹੜੀ ਸ਼ਕਤੀ ਹੈ, ਜਿਹੜੀ ਚਾਲਕ ਸ਼ਕਤੀ ਹੈ, ਉਹ ਚਾਲਕ ਸ਼ਕਤੀ ਉਹੀ ਹੈ ਜਿਸ ਚਾਲਕ ਸ਼ਕਤੀ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛੋਟੀਆਂ-ਛੋਟੀਆਂ ਇਕਾਈਆਂ ਦੇ ਵਿੱਚ ਇਕੱਤਰਤਾਵਾਂ ਕੀਤੀਆਂ, ਸੰਮੇਲਨ ਕੀਤੇ, ਰੋਸ ਮੁਜ਼ਾਹਰੇ ਕੀਤੇ, ਇੱਥੋਂ ਤੱਕ ਕਿ ਰੇਲਾਂ ਰੋਕੀਆਂ, ਰਿਲਾਇੰਸ ਦੇ ਪੰਪਾਂ ਦਾ ਜਾਂ ਉਹਨਾਂ ਦੇ ਅਦਾਰਿਆਂ ਦਾ ਬਾਈਕਾਟ ਕੀਤਾ। ਉਹਦੇ ਨਾਲ ਕੀ ਹੋਇਆ ਸੀ ਕਿ ਲੋਕਾਂ ਨੂੰ ਥੋੜ੍ਹੀ ਜਿਹੜੀ ਇਹਨਾਂ ਕਾਨੂੰਨਾਂ ਦੇ ਪ੍ਰਤੀ ਜਾਣਕਾਰੀ ਮਿਲੀ ਕਿ ਇਹ ਹਾਨੀਕਾਰਕ ਕਿਵੇਂ ਨੇ, ਇਹਨਾਂ ਦਾ ਨੁਕਸਾਨ ਕੀ ਹੋਵੇਗਾ।
ਦੂਜੀ ਗੱਲ ਸੀ ਕਿ ਪੰਜਾਬ ਦਾ ਇੱਕ ਵਰਗ ਜਿਹੜਾ ਇਹ ਸੋਚਦਾ ਸੀ ਕਿ ਸ਼ਾਇਦ ਇਹਨਾਂ ਖੇਤੀ ਵਿਰੋਧੀ ਕਾਨੂੰਨਾਂ ਦੇ ਨਾਲ ਕੇਵਲ ਕਿਸਾਨ ਪ੍ਰਭਾਵਿਤ ਹੋ ਰਿਹਾ, ਪਰ ਉਹਨਾਂ ਥਾਵਾਂ ਦੇ ਉੱਪਰ ਜਿਹੜੀਆਂ ਵੱਖ-ਵੱਖ ਇਕੱਤਰਤਾਵਾਂ ਸੀ, ਸਾਨੂੰ ਇਹ ਗੱਲ ਲੋਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਮਿਲ ਗਿਆ ਕਿ ਨਹੀਂ, ਕੇਵਲ ਕਿਸਾਨ ਹੀ ਨਹੀਂ ਬਲਕਿ ਖੇਤ ਮਜ਼ਦੂਰ ਵੀ ਪ੍ਰਭਾਵਿਤ ਹੋਵੇਗਾ, ਛੋਟਾ ਦੁਕਾਨਦਾਰ ਵੀ ਪ੍ਰਭਾਵਿਤ ਹੋਵੇਗਾ। ਉਸ ਤੋਂ ਬਾਅਦ 5-6 ਜਿਹੜੇ ਪ੍ਰੋਗਰਾਮ ਸੀ ਅਸੀਂ ਇਸ ਟਾਈਟਲ ਹੇਠ ਕੀਤੇ ਕਿ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ। ਕੋਈ ਸ਼ੱਕ ਨਹੀਂ ਉਹਦੇ ਵਿੱਚ ਜਿਹੜੇ ਪੰਜਾਬ ਦੇ ਸੁਹਿਰਦ ਲੋਕ ਗਾਇਕ ਨੇ ਜਿਵੇਂ ਕੰਵਰ ਗਰੇਵਾਲ ਨੇ, ਵੀਰ ਸਿੰਘ ਨੇ, ਰਾਖੀ ਹੁੰਦਲ ਹੈ, ਜਾਂ ਫਿਰ ਆਪਣੇ ਬੀਨੂ ਢਿੱਲੋਂ ਨੇ, ਜਾਂ ਗੁਰਪ੍ਰੀਤ ਘੁੱਗੀ ਨੇ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਉਹਦਾ ਕਾਰਨ ਸੀ ਕਿ ਨੌਜਵਾਨੀ ਦੀ ਅਟਰੈਕਸ਼ਨ ਦਾ ਕਾਰਨ ਇਹ ਸੀ, ਇੱਕ ਬਹੁਤ ਵੱਡਾ ਫੈਨ ਫੋਲੋਇੰਗ ਵਰਗ ਜਿਹੜਾ ਨੌਜਵਾਨਾਂ ਦੇ ਵਿੱਚ ਉਹਨਾਂ ਦਾ ਸੀ, ਉਹਦੇ ਕਰਕੇ ਨੌਜਵਾਨ ਆਉਂਦੇ ਸੀ। ਅਤੇ ਸਾਨੂੰ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਬਹੁਤ ਸੌਖ ਰਹੀ ਕਿ ਕੇਵਲ ਕਿਸਾਨ ਅਤੇ ਖੇਤ ਮਜ਼ਦੂਰ ਹੀ ਨਹੀਂ ਬਲਕਿ ਸ਼ਹਿਰ ਦੇ ਵਿੱਚ ਆੜ੍ਹਤੀ ਵਰਗ, ਸ਼ਹਿਰੀ ਦੁਕਾਨਦਾਰ ਅਤੇ ਸ਼ਹਿਰੀ ਸਨਅਤਕਾਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਹੋਇਆ ਕਿ ਜਿਹੜੀ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕ ਚੇਤਨਤਾ ਦੇ ਵਿੱਚ ਜਿਹੜਾ ਇੱਕ ਉਭਾਰ ਆਇਆ, ਉਹਦਾ ਰੂਪ ਜਿਹੜਾ ਤੁਸੀਂ ਦਿੱਲੀ 'ਚ ਵੇਖ ਰਹੇ ਹੋ। ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ, ਭਾਵੇਂ ਉਹ ਸਰਕਾਰ ਹੈ ਅਤੇ ਭਾਵੇਂ ਸਰਕਾਰ ਪੱਖੀ ਜਿਹੜੇ ਚੈਨਲ ਨੇ, ਮੀਡੀਆ ਵੱਲੋਂ ਲਗਾਤਾਰ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਕਾਫੀ ਅਵੇਅਰ ਹੋ ਚੁੱਕੇ ਨੇ ਕਿ ਆਹ ਜਿਹੜਾ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਜਿਹੜੀ ਇੱਥੇ ਅੰਦੋਲਨ ਦੇ ਵਿੱਚ ਆਪ ਜੀ ਸ਼ਮੂਲੀਅਤ ਕਰ ਰਹੇ ਹੋ, ਕਿਵੇਂ ਲੱਗਦਾ ਕਿ ਜਿਹੜੇ ਬਾਕੀ ਲੋਕ ਨੇ, ਬਾਕੀ ਸਟੇਟਾਂ ਦੇ ਲੋਕ ਨੇ ਜਾਂ ਬਾਕੀ ਧਰਮਾਂ ਦੇ ਲੋਕ ਨੇ, ਇਹ ਸਰਕਾਰ ਦੇ ਇਸ ਪੈਂਤੜੇ ਤੋਂ ਕਿੰਨੇ ਕੁ ਵਾਕਫ ਨੇ ਜਾਂ ਕਿੰਨੇ ਕੁ ਉਹਦਾ ਅਵਰੋਧ ਕਰਦੇ ਨੇ? ਵੇਖੋ, ਉਹਦੇ 'ਚ 2 ਗੱਲਾਂ ਨੇ ਕਿ ਜਿਹੜਾ ਮੋਦੀ ਮੀਡੀਆ ਜਾਂ ਜਿਸ ਨੂੰ ਗੋਦੀ ਮੀਡੀਆ ਕਹਿ ਲਈਏ, ਜਿਸ ਦਿਨ ਤੋਂ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਿਰੋਧਤਾ ਸ਼ੁਰੂ ਹੋਈ, ਉਹਨਾਂ ਨੇ ਉਸੇ ਦਿਨ ਤੋਂ ਹੀ ਇੱਕ ਖਾਸ ਤਰ੍ਹਾਂ ਦਾ ਪ੍ਰੋਪੇਗੰਡਾ ਕਰਨਾ ਜਾਂ ਕਹਿ ਦਿਓ ਕਿ ਪੀਲੀ ਪੱਤਰਕਾਰੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਇਹ ਸੀਗਾ ਕਿ ਕਿਸਾਨਾਂ ਨੂੰ ਸ਼ਾਇਦ ਸਮਝ ਨਹੀਂ ਆ ਔਰ ਅਸੀਂ ਸਰਕਾਰ ਦੇ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਕਨਵਿੰਸ ਕਰ ਸਕਦੇ ਨੇ, ਪਰ ਬਾਰ-ਬਾਰ ਜਦੋਂ ਸਰਕਾਰੀ ਨੁਮਾਇੰਦਿਆਂ ਦੀ ਜਾਂ ਉਹਨਾਂ ਪੱਤਰਕਾਰਾਂ ਦੀ ਸਾਡੇ ਨਾਲ ਗੱਲਬਾਤ ਹੁੰਦੀ ਸੀ ਤਾਂ ਅਸੀਂ ਉਹਨਾਂ ਨੂੰ ਕਿਸੇ ਵੀ ਗੱਲ ਦੇ ਵਿੱਚ ਨਿਰੁੱਤਰ ਕਰ ਦਿੰਦੇ ਸੀ। ਸੋ ਜਿਹੜੀ ਇਹ ਉਹਨਾਂ ਦੀ ਇੱਕ ਭੂਮਿਕਾ ਸੀ ਕਿ ਨਹੀਂ, ਸ਼ਾਇਦ ਕਿਸਾਨਾਂ ਨੂੰ, ਕਿਸਾਨਾਂ ਦੇ ਬੱਚਿਆਂ ਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਜਾਂ ਕਾਨੂੰਨਾਂ ਦੇ ਫਾਇਦਿਆਂ ਦੇ ਬਾਰੇ ਜਾਂ ਦੂਰ ਰੱਸੀ ਜਿਹੜੇ ਪ੍ਰਭਾਵ ਨੇ ਇਹਨਾਂ ਦਾ ਨਹੀਂ ਪਤਾ, ਇਹ ਤੇ ਉਹਨਾਂ ਦੀ ਚਾਲ ਚੱਲ ਨਾ ਸਕੀ। ਮੈਂ ਜਿਸ ਦਿਨ 26 ਤਰੀਕ ਨੂੰ ਪਹਿਲੇ ਦਿਨ ਜਿਸ ਦਿਨ ਇੱਥੇ ਅਸੀਂ ਪਹੁੰਚੇ, ਉਦੋਂ ਜੇ ਕਿਸਾਨ ਆਗੂ ਵੀ ਨਹੀਂ ਸੀ ਪਹੁੰਚੇ, ਸਾਡੇ ਉੱਪਰ ਹੀ ਜਿਹੜੇ ਸੀਗੇ ਟੀਅਰ ਸ਼ੈਲ ਜਿਹੜੇ ਉਹ ਚਲਾਏ ਗਏ, ਜਿਹੜੇ ਟੀਅਰ ਗੈਸ ਦੇ ਗੋਲੇ ਸੀਗੇ। ਅਤੇ ਉਹਦੇ ਤੋਂ ਬਾਅਦ ਇੱਕ ਚੈਨਲ ਨੇ, ਉਸ ਦਿਨ ਮੈਂ ਪਰਨਾ ਬੰਨਿਆ ਹੋਇਆ ਸੀ ਸਿਰ 'ਤੇ, ਅਤੇ ਉਹਨੇ ਸੋਚਿਆ ਵੀ ਇਹ ਅਨਪੜ੍ਹ ਜਿਹਾ ਕਿਸਾਨ ਹੀ ਲੱਗਦਾ, ਉਹ ਮੈਨੂੰ ਕਹਿੰਦਾ ਕਿ ਕੀ ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਕਰੋਗੇ, ਤੁਸੀਂ ਕਿਸਾਨ ਬਿੱਲਾਂ ਦੇ ਬਾਰੇ ਕੀ ਜਾਣਦੇ ਹੋ, ਕਿਉਂਕਿ ਪਹਿਲਾ ਜਥਾ ਆਇਆ ਸੀ। ਅਤੇ ਜਦੋਂ ਮੈਂ ਉਸ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੋਂ ਲੈ ਕੇ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੀ ਗੱਲ ਹੀ ਸ਼ੁਰੂ ਕੀਤੀ ਅਤੇ ਉਹਨੇ ਮੇਰੇ ਤੋਂ ਮਾਈਕ ਘੁਮਾ ਕੇ ਅਤੇ ਲਾਈਵ ਬੰਦ ਕਰ ਦਿੱਤਾ। ਸੋ ਇਹਦਾ ਮਤਲਬ ਕੀ ਸੀ, ਉਹ ਇਹ ਵਿਖਾਵਾ ਕਰਨਾ ਚਾਹੁੰਦੇ ਸੀ ਕਿ ਜਿਹੜੇ ਲੋਕ ਇੱਥੇ ਆਏ ਨੇ ਸ਼ਾਇਦ ਇਹ ਬਿੱਲਾਂ ਦੇ ਬਾਰੇ ਕੁਝ ਨਹੀਂ ਜਾਣਦੇ। ਪਹਿਲੀ ਗੱਲ ਤਾਂ ਇਹ ਸੀ। ਦੂਜੀ ਗੱਲ ਇਹ ਸੀ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਦੇ ਨਾਲ, ਖਾਸ ਕਰਕੇ ਜਿਹੜੇ ਤੁਹਾਡੇ ਚੈਨਲ ਜਿਸ ਨੂੰ ਮੈਂ ਅਲਟਰਨੇਟਿਵ ਮੀਡੀਆ ਕਹੂੰਗਾ, ਵੈਬ ਚੈਨਲ 'ਤੇ ਜਿਹੜਾ ਇਹ ਅਲਟਰਨੇਟਿਵ ਮੀਡੀਆ ਸੀ, ਇਹਨੇ ਐਡੀ ਵੱਡੀ ਭੂਮਿਕਾ ਨਿਭਾਈ। ਭਾਵੇਂ ਕਿ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਚੈਨਲਾਂ ਨੂੰ ਹੁੰਦਾ ਵੀ ਹੈ ਕਿ ਸਾਡੀ TRP ਹੈ, ਵਿਊਜ਼ ਵਧਣਗੇ, ਲਾਈਕ ਵਧਣਗੇ, ਪਰ ਉਹ ਇੱਕ ਵੱਖਰੀ ਗੱਲ ਹੈ। ਕਮ ਸੇ ਕਮ ਸਾਰੇ ਪੰਜਾਬ ਦੇ ਚੈਨਲਾਂ ਨੇ ਕਿਸਾਨ ਦੇ ਹਿੱਤਾਂ ਦੀ ਗੱਲ ਕੀਤੀ। ਉਹਦੇ ਨਾਲ ਕੀ ਹੋਇਆ ਕਿ ਜਿਉਂ-ਜਿਉਂ ਉਹ ਜਿਹੜੀਆਂ ਗੱਲਾਂ ਸੀ ਕਾਨੂੰਨਾਂ ਨਾਲ ਸੰਬੰਧਿਤ ਮੀਡੀਆ ਦੇ ਵਿੱਚ ਆਈਆਂ, ਅਤੇ ਪੰਜਾਬ ਤੋਂ ਜਿਹੜੇ ਬਾਹਰਲੇ ਸਟੇਟਾਂ ਦੇ ਕਿਸਾਨ ਸੀ ਜਿਹੜੇ ਇੰਨੇ ਜ਼ਿਆਦਾ ਅਵੇਅਰ ਨਹੀਂ ਸੀ ਹੈਗੇ, ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣੇ। ਜਦੋਂ ਇਹ ਸਾਰੇ ਸੰਘਰਸ਼ ਦਾ ਹਿੱਸਾ ਇਕੱਤਰ ਰੂਪ ਦੇ ਵਿੱਚ ਆ ਗਿਆ ਨਾ, ਅਤੇ ਫਿਰ ਤੁਸੀਂ ਵੇਖੋ ਕਿ ਜਦੋਂ ਇਹ ਸੰਘਰਸ਼ ਸ਼ੁਰੂ ਹੋ ਕੇ ਦਿੱਲੀ ਵੱਲ ਵਧਿਆ, ਤਾਂ ਜਿਹੜੇ ਪਹਿਲੇ ਦਿਨ ਜਿਹੜਾ ਸਟੇਟ ਸਪੋਂਸਰਡ ਮੀਡੀਆ ਸੀ ਨਾ, ਉਹਦੀ ਇੱਕੋ ਗੱਲ ਸੀ, ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੀ ਫੰਡਿੰਗ, ਖਾਲਿਸਤਾਨੀ, ਮਾਓਇਸਟ, ਇਹ ਸਾਰੇ ਦੋਸ਼ ਜਿਹੜੇ ਸੀ ਲਾਏ ਗਏ। ਪਰ ਜਦੋਂ ਹੁਣ ਸਾਰੇ ਸਟੇਟਾਂ ਤੋਂ ਕਿਸਾਨ ਆ ਗਏ, ਬਿਹਾਰ ਤੋਂ ਆ ਗਏ, ਮੱਧ ਪ੍ਰਦੇਸ਼ ਤੋਂ ਆ ਗਏ, UP ਤੋਂ ਆ ਗਏ, ਹਰਿਆਣੇ ਵਾਲੇ ਆ ਗਏ, ਰਾਜਸਥਾਨ ਵਾਲੇ ਆ ਗਏ, ਤਾਂ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਸਵੀਰ ਬੜੀ ਸਾਫ਼ ਹੋ ਗਈ ਕਿ ਜੇਕਰ ਇਕੱਲੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੀਆਂ ਜਥੇਬੰਦੀਆਂ ਇਸ ਸੰਘਰਸ਼ ਦੀ ਅਗਵਾਈ ਕਰਦੀਆਂ, ਫਿਰ ਤਾਂ ਤੁਸੀਂ ਕਹਿੰਦੇ ਕਿ ਖਾਲਿਸਤਾਨੀ ਵਿਦੇਸ਼ਾਂ 'ਚ ਬੈਠੇ ਫੰਡਿੰਗ ਕਰ ਰਹੇ ਨੇ, ਵੀ ਹੁਣ ਤਾਂ ਸਾਰਿਆਂ ਦਾ ਇੱਕ ਸਮੂਹਿਕ ਇਕੱਠ ਹੈ। ਸੋ ਸਰਕਾਰ ਦੀ ਉਹ ਵੀ ਚਾਲ ਨਹੀਂ ਚੱਲ ਸਕੀ। ਸੋ ਇਹਦੇ ਵਿੱਚ ਮੈਂ ਜਿਹੜੇ ਵੈਬ ਚੈਨਲ ਅਤੇ ਜਿਹੜੇ ਤੁਹਾਡੇ ਵਰਗੇ ਸੁਹਿਰਦ ਮੀਡੀਆ ਵਾਲੇ ਨੇ, ਉਹਨਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਸਮਝਦਾ ਕਿ ਇਹਨਾਂ ਨੇ ਗੋਦੀ ਮੀਡੀਆ ਦੀ ਇਹ ਚਾਲ ਨਹੀਂ ਚੱਲਣ ਦਿੱਤੀ। ਜਿਹੜੀਆਂ ਪਿਛਲੀਆਂ 5 ਮੀਟਿੰਗਾਂ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਹੋਈਆਂ, ਉਹਨਾਂ 5 ਮੀਟਿੰਗਾਂ ਦੇ ਵਿੱਚੋਂ ਕੀ ਕੁਝ ਸਿੱਟਾ ਹੁਣ ਤੱਕ ਨਿਕਲ ਕੇ ਆਇਆ ਕਿ ਸਰਕਾਰ ਕਿਸੇ ਬੈਕਫੁੱਟ 'ਤੇ ਗਈ ਹੈ ਜਾਂ ਸਰਕਾਰ ਕੁਝ ਸੋਚਣ 'ਤੇ ਮਜਬੂਰ ਹੋਈ ਹੈ? ਵੇਖੋ, ਸਰਕਾਰ ਦੇ ਵੱਲੋਂ ਪਹਿਲਾਂ ਜਿਹੜਾ ਰਵੱਈਆ ਸੀਗਾ, ਉਹ ਰਵੱਈਆ ਇਹ ਸੀਗਾ ਕਿ ਅਸੀਂ ਤਾਂ ਇਹਨਾਂ ਕਾਨੂੰਨਾਂ ਦੇ ਉੱਪਰ ਵਿਚਾਰ ਵੀ ਕਰਨ ਨੂੰ ਤਿਆਰ ਨਹੀਂ। ਪਹਿਲਾ ਰਵੱਈਆ ਇਹ ਸੀ।
ਪਰ ਜਦੋਂ ਦਿੱਲੀ ਇੱਥੇ ਸਿੱਖ ਆ ਗਏ ਤੇ ਜਦੋਂ ਉਹਨਾਂ ਨੇ ਟਰਾਲੀਆਂ ਦੇ ਵਿੱਚ ਆਏ ਲੋਕ ਵੇਖੇ ਜਿਨ੍ਹਾਂ ਨੇ ਮੀਡੀਆ ਨੂੰ ਬਾਰ-ਬਾਰ ਇੰਟਰਵਿਊ ਕਰਦਾ ਇਹ ਗੱਲ ਕਹੀ ਕਿ ਅਸੀਂ ਤੇ 2-3 ਮਹੀਨੇ ਦੀ ਤਿਆਰੀ ਕਰਕੇ ਆਏ ਹਾਂ, ਤਾਂ ਕਿਤੇ ਨਾ ਕਿਤੇ ਸਰਕਾਰ ਸੋਚਣ ਲਈ ਮਜਬੂਰ ਹੋਈ ਵੀ ਇਹ ਲੋਕ ਉਹ ਨਹੀਂ ਹੈ ਕਿ ਅੱਜ ਆਏ ਨੇ ਤੇ ਕੱਲ ਨੂੰ ਮੁੜ ਜਾਣਗੇ, ਇਹ ਤਾਂ ਪੱਕੇ ਡੇਰੇ ਲਾਉਣ ਦੀ ਸੋਚ ਕੇ ਆਏ ਨੇ। ਸੋ ਉਸ ਗੱਲ ਨੇ ਸਰਕਾਰ ਨੂੰ ਮਜਬੂਰ ਕੀਤਾ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧ ਪੈਦਾ ਕੀਤੇ। ਸੋ ਉਸ ਵੇਲੇ ਜਿਹੜਾ ਸੀਗਾ ਖੇਤੀ ਮੰਤਰੀ ਉਹਦੇ ਨਾਲ ਵੀ ਮੀਟਿੰਗ ਹੋਈ, ਉਹਦੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਟੇਟ ਦਾ ਸੈਕਟਰੀ ਸੀ ਉਹਦੇ ਨਾਲ ਮੀਟਿੰਗ ਹੋਈ, ਇੱਕ ਅਣਅਧਿਕਾਰਤ ਮੀਟਿੰਗ ਜਿਹੜੀ ਸੀ ਅਮਿਤ ਸ਼ਾਹ ਦੇ ਨਾਲ ਵੀ ਹੋਈ, ਔਰ ਪਰਸੋਂ ਵੀ 24 ਤਰੀਕ ਨੂੰ ਵੀ ਜਿਹੜਾ ਸੀਗਾ ਮਿਸਟਰ ਅਗਰਵਾਲ ਦੇ ਵੱਲੋਂ ਜਿਹੜਾ ਸੈਕਟਰੀ ਆ IAS ਆਫੀਸਰ ਹੈ ਉਹਦੇ ਵੱਲੋਂ ਫਿਰ ਇੱਕ ਚਿੱਠੀ ਆਈ। ਪਰ ਤੁਸੀਂ ਵੇਖੋ ਉਹਨਾਂ ਚਿੱਠੀਆਂ ਦੇ ਵਿੱਚ ਹੁਣ ਜਿਹੜੀਆਂ ਇਹਨਾਂ ਵੱਲੋਂ ਅਮੈਂਡਮੈਂਟਸ ਨੇ ਉਹਨਾਂ 'ਚ ਤਾਂ ਲਗਾਤਾਰ ਹੌਲੀ ਵਾਧਾ ਹੁੰਦਾ ਜਾ ਰਿਹਾ, ਪਰ ਸਰਕਾਰ ਇਸ ਗੱਲ ਤੇ ਨਹੀਂ ਆ ਰਹੀ ਕਿ ਜਿਹੜੇ ਬਿੱਲ ਨੇ ਰਿਪੀਲ ਹੋਣਗੇ। ਬਾਰ-ਬਾਰ ਇਹੀ ਗੱਲ ਕੀਤੀ ਜਾਂਦੀ ਹੈ ਕਿ ਅਮੈਂਡਮੈਂਟਸ ਹੋ ਜਾਣਗੀਆਂ। ਸੋ ਸਰਕਾਰ ਨੂੰ ਮੇਰੇ ਖਿਆਲ ਦੇ ਨਾਲ ਜੇਕਰ ਕਿਸਾਨ ਜਥੇਬੰਦੀਆਂ ਦਾ ਇਕਸੁਰਤਾ ਦੇ ਵਿੱਚ ਦਬਾਅ ਇਵੇਂ ਰਹਿੰਦਾ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਅਗਲੇਰੇ ਹਿੱਤਾਂ ਦੇ ਵਾਸਤੇ ਜਾਂ ਆਪਣੀ ਸਥਾਪਤੀ ਦੇ ਵਾਸਤੇ ਵੀ ਸੋਚਣ ਲਈ ਮਜਬੂਰ ਹੋਣਾ ਪਵੇਗਾ। ਪਰ ਹੁਣ ਜਿਹੜੇ ਕੁਛ ਦਿਨ ਲੰਘੇ ਨੇ ਉਹਦੇ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਜਿਹੜੀ ਸੰਘਰਸ਼ ਦੇ ਵਿੱਚ ਸੰਘਰਸ਼ੀਲ ਰੂਹ ਹੁੰਦੀ ਹੈ ਉਹਦੀ ਥੋੜ੍ਹੀ ਖੜੋਤ ਆਉਣ ਦੇ ਨਾਲ ਸਰਕਾਰ ਸੋਚਦੀ ਹੈ ਕਿ ਅਸੀਂ ਕੰਫਰਟ ਜ਼ੋਨ ਦੇ ਵਿੱਚ ਹਾਂ, ਕਿ ਜਿਹੜੇ ਆਏ ਹੋਏ ਲੋਕ ਨੇ ਲੰਗਰ ਛਕ ਰਹੇ ਨੇ, ਕਿਸਾਨ ਜਥੇਬੰਦੀਆਂ ਕੋਈ ਅਗਲੇਰਾ ਜੇ ਪ੍ਰੋਗਰਾਮ ਨਹੀਂ ਦੇ ਰਹੀਆਂ, ਉਹਦੇ ਵਿੱਚ ਸਰਕਾਰ ਆਪਣੇ ਆਪ ਨੂੰ ਕੰਫਰਟ ਜ਼ੋਨ 'ਚ ਮਹਿਸੂਸ ਕਰ ਰਹੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਰੇ ਦੇਸ਼ ਦੇ ਵਿੱਚੋਂ ਆਏ ਕਿਸਾਨਾਂ ਦੇ ਇਕੱਠ ਨੇ ਸਰਕਾਰ ਨੂੰ ਸੋਚਣ ਵਾਸਤੇ ਮਜਬੂਰ ਜ਼ਰੂਰ ਕਰ ਦਿੱਤਾ। ਅਜੇ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਅਜੇ ਵੀ ਕਹਿ ਰਹੇ ਨੇ ਕਿ ਅੱਜ ਜਿਹੜੇ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਹੈ, ਔਰ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਸਵਾਮੀਨਾਥਨ ਰਿਪੋਰਟ ਦਾ ਨਾਮ ਲੈ ਕੇ ਕਿਸਾਨਾਂ ਨੂੰ ਜਾਂ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਪਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੀ ਸਟੇਟਮੈਂਟ ਹੈਗੀ ਹੈ ਇਹ ਕਿਸਾਨੀ ਸੰਘਰਸ਼ ਦੇ ਪ੍ਰਤੀ ਕਿੰਨੇ ਕੁ ਔਰ ਸੁਹਿਰਦ ਹੈਗੇ ਨੇ ਜਾਂ ਨਹੀਂ ਹੈਗੇ? ਵੇਖੋ, ਜੇ ਸਵਾਮੀਨਾਥਨ ਰਿਪੋਰਟ ਦੀ ਗੱਲ ਹੋਵੇ ਤਾਂ ਮੈਨੂੰ ਲੱਗਦਾ ਕਿ ਜੇ ਸਰਕਾਰ ਉਸ ਰਿਪੋਰਟ ਨੂੰ ਲਾਗੂ ਕਰ ਦੇਵੇ, MSP ਬਰਕਰਾਰ ਰਵੇ ਤੇ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਜਿਹੜਾ ਬਰਕਰਾਰ ਰਹਿੰਦਾ ਤੇ ਫਿਰ ਕਿਸਾਨਾਂ ਨੂੰ ਸੰਘਰਸ਼ ਕਰਨ ਦੀ ਲੋੜ ਕੀ ਆ। ਇਹ ਤਾਂ ਕੇਵਲ ਤੇ ਕੇਵਲ ਬੋਲਿਆ ਜਾ ਰਿਹਾ, ਬਿਲਕੁਲ ਝੂਠ ਹੈ। ਕਿਉਂਕਿ ਸਵਾਮੀਨਾਥਨ ਰਿਪੋਰਟ ਤਾਂ ਇਹ ਗੱਲ ਕਹਿੰਦੀ ਹੈ ਕਿ ਕਿਸਾਨਾਂ ਦੇ ਜਿੰਨੇ ਵੀ ਖਰਚੇ ਨੇ, ਜਿੰਨੇ ਉਹ ਉਪਜ ਦੇ ਉੱਪਰ ਜਿਹੜੀ ਉਹਨਾਂ ਦੀ ਲਾਗਤ ਕੀਮਤ ਹੈ ਉਹਦੇ ਉੱਪਰ 50% ਜਿਹੜਾ ਹੋਰ ਪਾ ਕੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਫਸਲ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ। ਜੇ ਇਹ ਕੁਝ ਕਿਸਾਨਾਂ ਨੂੰ ਮਿਲ ਜਾਵੇ ਤਾਂ ਫਿਰ ਕਿਸਾਨਾਂ ਨੂੰ ਸੰਘਰਸ਼ ਕਰਨ ਦੀ ਲੋੜ ਕੀ ਹੈ। ਪਰ ਕਿਸਾਨਾਂ ਨੂੰ ਅੱਜ ਕੱਲ੍ਹ ਇਹ ਪਤਾ ਕਿ ਉਹ ਇੰਨੇ ਜਾਗਰੂਕ ਨੇ ਕਿ ਪਿਛਲੇ ਸਮੇਂ ਦੀ ਗੱਲ ਹੈ, ਬਿਹਾਰ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਕਿ ਮੱਕੀ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਵਾ ਉਹ 1855 ਰੁਪਏ ਹੋਵੇਗਾ। ਪਰ ਜਦੋਂ ਪ੍ਰਾਈਵੇਟ ਏਜੰਸੀਆਂ ਨੂੰ ਖਰੀਦ ਕਰਨ ਦੀ ਤੇ ਬਾਹਰੋਂ ਮੱਕੀ ਮੰਗਾਉਣ ਦੀ ਖੁੱਲ੍ਹ ਦੇ ਦਿੱਤੀ ਗਈ ਤਾਂ ਉਹਨਾਂ ਨੇ ਅਮਰੀਕਾ ਦੇ ਵਿੱਚੋਂ 5000 ਮੈਟ੍ਰਿਕ ਟਨ ਜਿਹੜੀ ਸੀ ਮੱਕੀ ਮੰਗਵਾ ਲਈ, ਜਿਹੜੀ ਉਹਨਾਂ ਨੂੰ 700 ਤੋਂ 750 ਰੁਪਏ ਫੀ ਕੁਇੰਟਲ ਪਈ। ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਲੋਕਲ ਜਿਹੜੀ ਮੱਕੀ ਸੀ ਉਹਦੀ ਖਰੀਦ ਬੰਦ ਕਰ ਦਿੱਤੀ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਕਿਸਾਨ ਵਿਚਾਰਿਆਂ ਨੇ ਮੱਕੀ ਦੀ ਫਸਲ ਬੀਜੀ ਸੀ ਤੇ ਜਿਹੜੀ ਰੱਖ ਵੀ ਨਹੀਂ ਸੀ ਸਕਦੇ ਉਹਨਾਂ ਨੂੰ ਵੀ ਫਿਰ ਉਸੇ ਭਾਅ ਦੇ ਉੱਪਰ ਵੇਚਣੀ ਪਈ। ਸੋ ਜੇਕਰ ਸਰਕਾਰ ਸੁਹਿਰਦ ਹੋਵੇ ਤੇ ਘੱਟੋ ਘੱਟ ਸਮਰਥਨ ਮੁੱਲ ਸਾਰੀਆਂ ਫਸਲਾਂ ਦੇ ਉੱਪਰ ਨਿਯਮਿਤ ਰੂਪ 'ਚ ਲਾਗੂ ਕਰਕੇ ਇਹਦਾ ਕਾਨੂੰਨ ਬਣਾ ਦਿੱਤਾ ਜਾਵੇ ਤੇ ਸਵਾਮੀਨਾਥਨ ਦੀਆਂ ਜਿਹੜੀਆਂ ਰਿਪੋਰਟਾਂ ਨੂੰ ਹੂਬਹੂ ਲਾਗੂ ਕਰ ਦਿੱਤਾ ਹੋਵੇ ਤੇ ਕਿਸਾਨਾਂ ਨੂੰ ਸੰਘਰਸ਼ ਦੇ ਵਿੱਚ ਬਹਿਣ ਦੀ ਲੋੜ ਹੀ ਨਹੀਂ ਹੈ। ਐਸੈਂਸ਼ੀਅਲ ਕਮੋਡਿਟੀ ਜਿਹੜਾ ਐਕਟ ਹੈਗਾ, ਜਿਹੜਾ ਇਹਨਾਂ ਤਿੰਨਾਂ ਦੇ ਵਿੱਚ ਇੱਕ ਕਾਨੂੰਨ ਹੈਗਾ, ਉਹ ਕਿੰਨਾ ਖਤਰਨਾਕ ਸਾਬਿਤ ਹੋਵੇਗਾ ਆਮ ਲੋਕਾਂ ਦੇ ਵਾਸਤੇ? ਕਿਸਾਨਾਂ ਵਾਸਤੇ ਤਾਂ ਹੈ, ਪਰ ਆਮ ਲੋਕਾਂ ਵਾਸਤੇ ਕਿੰਨਾ ਖਤਰਨਾਕ ਸਾਬਿਤ ਹੋਵੇਗਾ? ਜੇਕਰ ਕਿਸਾਨੀ ਜਿਹੜੀ ਹੈ ਥੋੜ੍ਹੀ ਸਮਝਦਾਰ ਹੋ ਕੇ ਮੰਨ ਲਓ, ਮੈਂ ਇੱਕ ਨੀਤੀ ਵਜੋਂ ਕਹਿ ਰਿਹਾ ਕਿ ਜਦੋਂ ਅਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਵਿੱਚ ਜਿਹੜੀਆਂ ਸੋਧਾਂ ਦੀ ਗੱਲ ਕਰਦੇ ਨੇ, ਅਮੈਂਡਮੈਂਟਸ ਦੀ ਗੱਲ ਕਰਦੇ ਨੇ, ਤਾਂ ਉਹਦੇ ਵਿੱਚ ਹੈਗਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਇੱਕ ਛੋਟੀ ਜਿਹੀ ਸੰਸਥਾ ਤਿਆਰ ਕਰਕੇ ਜਿੰਨੀ ਮਰਜ਼ੀ ਮਿਕਦਾਰ ਤੇ ਜਿੰਨੇ ਮਰਜ਼ੀ ਸਮੇਂ ਦੇ ਵਾਸਤੇ ਜਿਹੜਾ ਅਨਾਜ ਉਸਨੂੰ ਸਟੋਰ ਕਰ ਸਕਦਾ ਹੈ। ਹੁਣ ਤੁਸੀਂ ਵੇਖੋ, ਜਿਹੜਾ ਕਿਸਾਨ ਵਿਚਾਰਾ ਫਸਲ ਬੀਜਣ ਦੇ ਵਾਸਤੇ ਵੀ ਕਰਜ਼ਾ ਲੈਂਦਾ ਤੇ ਫਸਲ ਵੇਚ ਕੇ ਕਰਜ਼ਾ ਲਾਉਂਦਾ, ਜਿਹੜਾ ਸਾਰਾ ਸਾਲ ਹੀ ਆੜ੍ਹਤੀਏ ਦੇ ਕਰਜ਼ੇ ਦਾ ਸ਼ਿਕਾਰ ਰਹਿੰਦਾ, ਉਹਦੇ ਕੋਲ ਇੰਨੇ ਸਾਧਨ ਕਿੱਥੇ ਨੇ ਕਿ ਉਹ ਜਿਹੜੀ ਫਸਲ ਹੈ ਜਾਂ ਆਪਣਾ ਅਨਾਜ ਹੈ ਉਹਨੂੰ ਸਟੋਰ ਕਰ ਸਕੇ ਲੰਬੇ ਸਮੇਂ ਦੇ ਵਾਸਤੇ। ਉਹਦੇ ਕੋਲ ਤੇ ਆਪਣੇ ਖਾਣ ਜੋਗੀ ਰੱਖਣੀ ਦੇ ਵਾਸਤੇ ਵੀ ਸਾਧਨ ਨਹੀਂ ਹੈਗੇ। ਪਰ ਜੇਕਰ ਕਿਸਾਨ ਜਿਹੜੀਆਂ ਕੋਆਪਰੇਟਿਵ ਅਦਾਰੇ ਬਣਾ ਕੇ ਜਾਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਸਾਂਝੀ ਖੇਤੀ ਦਾ ਕੋਈ ਢਾਂਚਾ ਉਹ ਲੀਕ ਲੈਂਦੇ ਨੇ, ਤੇ ਮੇਰੇ ਖਿਆਲ ਦੇ ਨਾਲ ਜਿਹੜਾ ਸਭ ਤੋਂ
ਤੋਂ ਵੱਡਾ ਉਹਦਾ ਨੁਕਸਾਨ ਹੋਵੇਗਾ ਆਮ ਖਪਤਕਾਰ ਨੂੰ ਹੋਵੇਗਾ, ਜਿਹਦੇ ਵਿੱਚ ਕੇਵਲ ਕਿਸਾਨ ਹੀ ਨਹੀਂ ਆਵੇਗਾ ਬਲਕਿ ਹਿੰਦੂ ਸਿੱਖ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਲੋਕ ਆ ਜਾਣਗੇ ਜਿਨ੍ਹਾਂ ਦੀ ਵੀ ਜਿਹੜੀ ਰਸੋਈ ਦੇ ਵਿੱਚ ਰੋਟੀ ਪੱਕ ਰਹੀ ਹੈ। ਪਰ ਇਹਦੇ ਵਿੱਚ ਇਹ ਹੋਵੇਗਾ ਕਿ ਕਿਸਾਨਾਂ ਦੇ ਕੋਲ ਤੇ ਸਮਰੱਥਾ ਨਹੀਂ ਹੈ ਕਿ ਉਹ ਲੰਬੇ ਸਮੇਂ ਲਈ ਕਿਸੇ ਵੀ ਅਨਾਜ ਨੂੰ ਭੰਡਾਰ ਕਰ ਸਕਣ। ਪਰ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤੇ ਜਿਹੜੇ ਵੱਡੇ ਅਦਾਰੇ ਭੰਡਾਰ ਕਰਨਗੇ ਉਹ 2 ਰੁਪਏ ਖਰੀਦਣ ਤੋਂ ਬਾਅਦ 100 ਰੁਪਏ ਕਿਲੋ ਲੋਕਾਂ ਨੂੰ ਉਸੇ ਚੀਜ਼ ਨੂੰ ਵੇਚਣਗੇ। ਬੀਜੇਪੀ ਦੇ ਲੀਡਰਾਂ ਦਾ ਜਿਸ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਔਰ ਹਰਿਆਣੇ ਦੇ ਵਿੱਚ ਖਾਸ ਕਰਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਔਰ ਉਹਨਾਂ ਦੇ ਜਿਹੜੇ ਮੰਤਰੀ ਜਾਂ ਐਮਐਲਏਜ਼ ਨੇ ਉਹਨਾਂ ਨੂੰ ਬਾਹਰ ਨਿਕਲਣਾ ਔਖਾ ਹੋਇਆ ਪਿਆ, ਕਿਵੇਂ ਦੇਖਦੇ ਹੋ ਕਿ ਬੀਜੇਪੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਸਟੈਂਡ ਕਰ ਸਕਦੀ ਹੈ? ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਜਨੀਤਿਕ ਪੱਧਰ ਦੇ ਉੱਪਰ ਜੇ ਕਿਸੇ ਧਿਰ ਨੂੰ ਨੁਕਸਾਨ ਹੋਇਆ, ਬੇਸ਼ੱਕ ਇਹ ਨਹੀਂ ਹੈ ਕਿ ਬਾਕੀ ਥਾਵਾਂ 'ਤੇ ਨੁਕਸਾਨ ਨਹੀਂ ਹੋਣ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕੋਲ ਵੀ ਕੋਈ ਜਗ੍ਹਾ ਨਹੀਂ ਰਹੀ, ਕਾਂਗਰਸ ਦੇ ਕੋਲ ਵੀ ਕੋਈ ਬਹੁਤੀ ਵੱਡੀ ਜਗ੍ਹਾ ਨਹੀਂ ਰਹੀ, ਭਾਵੇਂ ਕਿ ਉਹ ਸਰਕਾਰ ਦੇ ਵਿੱਚ ਨੇ। ਪਰ ਜਿਸ ਤਰ੍ਹਾਂ ਬੀਜੇਪੀ ਇੱਕ ਸੁਪਨੇ ਵੇਖ ਰਹੀ ਸੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਆਪਣੇ ਸਿਰ ਦੇ ਉੱਪਰ ਅਸੀਂ ਪੰਜਾਬ ਦੀ ਰਾਜਨੀਤਿਕ ਸੱਤਾ 'ਤੇ ਕਾਬਜ਼ ਹੋਵਾਂਗੇ, ਉਹਨਾਂ ਵਾਸਤੇ ਤਾਂ ਮੇਰੇ ਖਿਆਲ ਨਾਲ ਹੁਣ 2-3 ਦਹਾਕੇ ਜਿਹੜਾ ਸੁਪਨਾ ਲੈਣਾ ਵੀ ਔਖਾ ਹੋ ਗਿਆ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਖੱਟਰ ਸਰਕਾਰ ਜਾਂ ਖੱਟਰ ਸਰਕਾਰ ਨਾਲ ਸੰਬੰਧਿਤ ਜਿਹੜੇ ਲੋਕੀ ਨੇ ਉਹਨਾਂ ਦੀ ਖਿਲਾਫ ਵਰਜੀ ਸ਼ੁਰੂ ਕਰ ਦਿੱਤੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇਕਰ ਸੂਬਿਆਂ ਦੇ ਉੱਪਰ, ਸਰਕਾਰਾਂ ਦੇ ਉੱਪਰ ਇੰਨਾ ਵੱਡਾ ਪ੍ਰਭਾਵ ਪਵੇਗਾ ਤਾਂ ਕੁਦਰਤੀ ਕੇਂਦਰ ਦੇ ਉੱਪਰ ਵੀ ਇਸ ਦਾ ਬਹੁਤ ਵੱਡਾ ਦਬਾਅ ਪੈਦਾ ਹੋਵੇਗਾ। ਪਰ ਜੇਕਰ ਕਿਸਾਨ ਜਥੇਬੰਦੀਆਂ ਦੀ ਏਕਤਾ ਇਸੇ ਤਰ੍ਹਾਂ ਰਹਿੰਦੀ ਹੈ ਤੇ ਸਰਕਾਰ ਦੇ ਵੱਲੋਂ ਕੋਈ ਵਧੀਆ ਰੁਖ ਇਖਤਿਆਰ ਨਹੀਂ ਕੀਤਾ ਜਾਂਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੰਘ ਦੇ ਵੱਲੋਂ ਜਿਹੜਾ 90 ਸਾਲ ਤੋਂ ਜਿਹੜਾ ਆਪਣਾ ਰਾਜਸੀ ਢਾਂਚਾ ਤਿਆਰ ਕੀਤਾ ਗਿਆ ਇਸ ਨੂੰ ਬਹੁਤ ਵੱਡਾ ਸੈਟਬੈਕ ਵੱਜੇਗਾ। ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਜਿਹੜਾ ਭਵਿੱਖ ਹੈਗਾ, ਜਿਹੜੇ ਨੌਜਵਾਨ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ, ਤੁਹਾਨੂੰ ਲੱਗਦਾ ਵੀ ਇਹ ਕੁਝ ਮੋੜਾ ਪੈ ਸਕਦਾ ਔਰ ਨਵਾਂ ਜਿਹੜਾ ਰਾਜਨੀਤਿਕ ਢਾਂਚਾ ਜਾਂ ਨਵੀਂ ਰਾਜਨੀਤਿਕ ਜਿਹੜੀਆਂ ਸੱਥਾਂ ਨੇ ਉਹ ਉੱਭਰ ਕੇ ਆ ਸਕਦੀਆਂ ਨੇ ਪੰਜਾਬ ਦੇ ਵਿੱਚ? ਵੇਖੋ, ਸਾਡੇ ਬਹੁਤ ਸਾਰੇ ਵੀਰ ਤਾਂ ਕਈ ਵਾਰੀ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਆਏ ਹੋਏ ਲੋਕ ਨੇ ਇਹ ਆਏ ਇਸੇ ਕਰਕੇ ਨੇ ਨੌਜਵਾਨ ਕਿ ਸ਼ਾਇਦ ਇਹਨਾਂ ਨੇ ਕੋਈ ਰਾਜਨੀਤਿਕ ਭਵਿੱਖ ਦੀ ਤਲਾਸ਼ ਕਰਨੀ ਹੈ। ਬਤੌਰ ਮੈਂ ਆਪਣੇ ਵਾਸਤੇ ਤਾਂ ਕਹਿ ਸਕਦਾ ਕਿ ਮੈਂ ਸੋਚਿਆ ਹੀ ਹੋਇਆ ਕਿ ਮੈਂ ਕਿਸੇ ਤਰ੍ਹਾਂ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਮੂਲੀਅਤ ਨਹੀਂ ਕਰਨੀ। ਪਰ ਮੈਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਨੂੰ ਅਨਟੱਚੇਬਿਲਟੀ ਦੇ ਰੂਪ 'ਚ ਨਹੀਂ ਲੈਂਦਾ। ਮੈਂ ਤਾਂ ਕਹਿੰਦਾ ਕਿ ਜੇਕਰ ਚੰਗੇ ਨੌਜਵਾਨ ਜਿਵੇਂ ਕੰਵਰ ਗਰੇਵਾਲ ਨੇ ਜਾਂ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਆ, ਇਹ ਸਾਰੇ ਵੀਰ ਜਿਹੜੇ ਕਿਸਾਨ ਹਿੱਤਾਂ ਦੇ ਨਾਲ ਜੁੜ ਕੇ ਸੰਘਰਸ਼ ਦੇ ਮੋਢੀਆਂ ਦੇ ਰੂਪ 'ਚ ਉੱਭਰੇ ਨੇ, ਤਾਂ ਕਿਉਂ ਨਹੀਂ ਇਵੇਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਵਾਸਤੇ ਮੌਕਾ ਦੇਣਾ ਚਾਹੀਦਾ? ਮੈਨੂੰ ਤਾਂ ਲੱਗਦਾ ਕਿ ਰਾਜਨੀਤਿਕ ਮੁਹਾਜ਼ ਦੇ ਉੱਪਰ ਇਹਨਾਂ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਜਿੱਦਣ ਇਹ ਸਾਡੇ ਨਾਲ ਧੋਖਾ ਕਰਨਗੇ ਜੇ ਅਸੀਂ ਬਾਕੀਆਂ ਨੂੰ ਪਿੱਛੇ ਕਰ ਸਕਦੇ ਇਹਨਾਂ ਨੂੰ ਵੀ ਕਰ ਲਵਾਂਗੇ। ਇੱਕ ਆਖਰੀ ਸਵਾਲ ਕਿ ਆਉਣ ਵਾਲਾ ਜਿਹੜਾ ਸੰਘਰਸ਼ ਬਚਿਆ ਕਦੋਂ ਤੱਕ ਚੱਲੇਗਾ ਔਰ ਕਿੰਨਾ ਇਸ ਸੰਘਰਸ਼ ਦੇ ਵਿੱਚੋਂ ਕੀ ਰਿਜ਼ਲਟਸ ਆ ਸਕਦੇ ਨੇ? ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਸੰਘਰਸ਼ ਕਿੰਨਾ ਚਿਰ ਚੱਲੇਗਾ ਇਹਦੇ ਬਾਰੇ ਤਾਂ ਇਹ ਜਿਹੜੇ ਸਵਾਲ ਦਾ ਜਵਾਬ ਹੈ ਭਵਿੱਖ ਦੇ ਗਰਭ ਦੇ ਵਿੱਚ ਹੈ, ਕੁਝ ਕਿਹਾ ਨਹੀਂ ਜਾ ਸਕਦਾ। ਪਰ ਮੈਂ ਇੱਕ ਗੱਲ ਤੋਂ ਬੜਾ ਆਸਵੰਦ ਹਾਂ, ਇਹਦੇ ਵਿੱਚ ਇਹ ਕਾਨੂੰਨ ਰੱਦ ਹੁੰਦੇ ਨੇ ਜਾਂ ਨਹੀਂ ਹੁੰਦੇ, ਕਿੰਨੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਕਿੰਨੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਤਾਂ ਭਵਿੱਖ ਦਾ ਵਿਸ਼ਾ ਹੈ। ਪਰ ਅੱਜ ਦੇ ਸਮੇਂ ਵਿੱਚ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨ ਨੇ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੰਘਰਸ਼ ਦੀ ਰੂਹ ਬਣ ਕੇ ਇੱਕ ਚੇਤਨਤਾ ਦਾ ਵਿਖਾਵਾ ਕੀਤਾ, ਪਹਿਲੀ ਗੱਲ ਤਾਂ ਤੁਸੀਂ ਆਸਵੰਦ ਹੋ ਗਏ ਕਿ ਪੰਜਾਬ ਦੀ ਨੌਜਵਾਨੀ ਅਜੇ ਗਰਕ ਨਹੀਂ ਹੋਈ, ਉਹਨਾਂ ਦੇ ਵਿੱਚ ਧਾਰਮਿਕ ਭਾਵਨਾਵਾਂ ਤੇ ਪੰਜਾਬ ਦੇ ਵਿਰਸੇ ਨਾਲ ਪਿਆਰ ਜਿਹੜਾ ਅਜੇ ਜਿਉਂਦਾ ਹੈ। ਦੂਜੀ ਗੱਲ, ਮੈਂ ਇਸ ਸੰਘਰਸ਼ ਨੂੰ ਪਹਿਲੇ ਪੜਾਅ ਵਜੋਂ ਵੇਖਦਾ ਕਿ ਹੁਣ ਪੰਜਾਬ ਦੇ ਵਿੱਚ ਇੱਕ ਚੰਗੇ ਰਾਜਸੀ ਉਭਾਰ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਵੀ ਸਾਕਾਰ ਕੀਤਾ ਜਾ ਸਕਦਾ ਹੈ। ਤੇ ਤੀਜੀ ਗੱਲ ਇਹ ਹੈ ਕਿ ਜਦੋਂ ਇਹਨਾਂ ਹੀ ਕਿਸਾਨੀ ਮੰਗਾਂ ਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਆਈ ਆ ਤੇ ਮੇਰੇ ਖਿਆਲ ਨਾਲ ਆਉਣ ਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਸੂਝਵਾਨ ਜਿਹੜੀਆਂ ਨਵੇਂ ਰਾਜਨੀਤਿਕ ਵੀਰ ਆਪਣੇ ਅੱਗੇ ਆਏ ਨੇ, ਇਹਨਾਂ ਨੂੰ ਕੇਂਦਰ ਤੇ ਸੂਬਿਆਂ ਦੇ ਸੰਬੰਧਾਂ ਦੇ ਉੱਪਰ ਦੁਬਾਰਾ ਮੁਲਾਂਕਣ ਕਰਨਾ ਪਵੇਗਾ ਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਆਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਦੁਬਾਰਾ ਤੋਰਨ ਦੇ ਵਾਸਤੇ ਆਧਾਰ ਜ਼ਰੂਰ ਤਿਆਰ ਹੋ ਗਿਆ ਜੀ। ਜਿਹੜੇ ਲੋਕ ਨਹੀਂ ਆਏ, ਭਾਵੇਂ ਉਹ ਪੰਜਾਬ ਦੇ ਨੇ ਜਾਂ ਹੋਰ ਨੇ, ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਭਵਿੱਖ ਦੇ ਵਿੱਚ ਜੇ ਅਸੀਂ ਨਹੀਂ ਆਵਾਂਗੇ ਤਾਂ ਸ਼ਾਇਦ ਇਸ ਸੰਘਰਸ਼ ਤੋਂ ਕਿਨਾਰਾਕਸ਼ੀ ਕਰਕੇ ਅਸੀਂ ਪੰਜਾਬ ਦੇ ਹਿੱਤਾਂ ਤੋਂ ਅਸੀਂ ਕਿਤੇ ਨਾ ਕਿਤੇ ਆਪਣੇ ਨੂੰ ਦੋਸ਼ੀ ਜ਼ਰੂਰ ਮਹਿਸੂਸ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਕਾਨੂੰਨਾਂ ਦੇ ਬਾਰੇ, ਇਸ ਸੰਘਰਸ਼ ਦੇ ਬਾਰੇ ਡਾਕਟਰ ਸੁਖਪ੍ਰੀਤ ਸਿੰਘ ਜੀ ਉਦਯੋਗ ਹੋਰਾਂ ਨੇ ਸਾਂਝ ਪਾਈ ਹੈ ਜੀ। MPR 24 ਚੈਨਲ ਪੰਜਾਬੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।